हाँ जी, देख रहे हो विजन पंजाब टीवी, देखते रहो, वेखण वाला चैनल है। तो मैं एक बार फिर लैके हाज़र हाँ जी, खबरां दी खबर। जिहड़े मर्जी चैनल खोल के देख लो, जिहड़े मर्जी सोशल मीडिया खोल के देख लो, जिहड़े मर्जी अखबार दी खबर पढ़ लिओ, जिहड़े मर्जी किसी दे पेजबुक ते चल जाओ, किसी दे फेसबुक ते चल जाओ, किसी दे किसी होर सोशल मीडिया के अकाउंट ते चल जाओ, मुख मंत्री साहब दे विआह दी चर्चा। दो ही चीज़ां ने जी, जिथे मिठा होऊगा उत्थे नमकीन भी होऊगा। हुण दो ही कुछ चली जांदा, ਵਧਾਈਆਂ ਦਾ ਤਾਂਤਾ ਵੀ ਨਾਲ ਨਾਲ ਹੈ, ਤੰਜ ਕਸਣ ਦਾ ਤਾਂਤਾ ਵੀ ਨਾਲੇ ਨਾਲ। ਸੋ ਠੀਕ ਹੈ, ਦੋਨੇ ਤਰ੍ਹਾਂ ਹੁੰਦੀਆਂ ਨੇ, ਸਭ ਨੇ ਆਪਣੀ ਡਿਊਟੀ। ਜਦੋਂ ਇਹ ਸੱਤਾ ਤੋਂ ਬਾਹਰ ਸੀਗੇ ਤਦ ਇਹ ਜਦੋਂ ਮਤਲਬ ਤੰਜ ਕੱਸਦੇ ਸੀ ਦੂਸਰਿਆਂ 'ਤੇ, ਤਦ ਕਈ ਵਾਰ ਆਪ ਵੀ ਨਹੀਂ ਖਿਆਲ ਰੱਖਿਆ ਜਾਂਦਾ ਕਿ ਹਾਂ ਅਸੀਂ ਮਾਂ ਭੈਣ ਦਾ ਵੀ ਧਿਆਨ ਰੱਖਣਾ, ਅਤੇ ਹੁਣ ਅਗਲੇ ਵੀ ਨਹੀਂ ਉਹ ਰੱਖ ਰਹੇ। ਮਤਲਬ ਸਾਰਾ ਕੁਛ ਇੱਕੋ ਸਾਰ ਦਾ, ਮਤਲਬ ਦੂਸਰੇ ਪਾਸੇ ਵਾਲੇ ਵੀ ਨਹੀਂ ਸਮਝ ਰਹੇ ਕਿ ਨਿੱਜੀ ਫੈਸਲਾ ਹੁੰਦਾ। ਵਿਆਹ ਮੁੱਖ ਮੰਤਰੀ ਹੋਰਾਂ ਦਾ, ਭਗਵੰਤ ਮਾਨ ਦਾ ਹੈ, ਕਿਸੇ ਹੋਰ ਵਿਅਕਤੀ ਦਾ, ਉਹਦਾ ਨਿੱਜੀ ਜੀਵਨ ਹੈ। ਪਰ ਜਦੋਂ ਤੁਸੀਂ ਰਾਜਨੀਤਿਕ ਚਿਹਰਾ ਹੁੰਦੇ ਹੋ, ਜਦੋਂ ਤੁਸੀਂ ਸੂਬੇ ਦੀ ਅਗਵਾਈ ਕਰ ਰਹੇ ਹੋ, ਮੁਖੀ ਹੁੰਦੇ ਹੋ, ਫਿਰ ਤੁਸੀਂ ਨਿੱਜੀ ਨਹੀਂ ਕੁਛ ਰਹਿੰਦਾ, ਫਿਰ ਸਾਰਾ ਕੁਝ ਜਨਤਕ ਹੁੰਦਾ। ਪਰ ਉਸ ਦੇ ਵਿੱਚ ਵੀ ਕੁਝ ਕਰਮ ਅਜਿਹੇ ਨੇ, ਕੁਝ ਕਿਰਤ ਅਜਿਹੀ ਹੈ, ਕੁਝ ਕਾਰਜ ਅਜਿਹੇ ਨੇ ਜਿਹੜੇ ਬੰਦੇ ਦੇ ਨਿੱਜ ਨਾਲ ਸੰਬੰਧ ਰੱਖਦੇ ਨੇ। ਸੋ ਇਹ ਪਰਿਵਾਰਕ ਫੈਸਲਾ ਹੈ, ਅਤੇ ਇਸ ਦੇ ਉੱਤੇ ਹੁਣ ਲਗਾਤਾਰ ਮਤਲਬ ਕਿ ਜਿਹੋ ਜਿਹੇ ਹਲਕੇ ਪੱਧਰ ਦੀਆਂ ਗੱਲਾਂ, ਕਮੈਂਟ, ਉਹ ਬਿਲਕੁਲ ਬਚਕਾਨਾ ਵੀ ਲੱਗਦੀਆਂ ਨੇ। ਕਈਆਂ ਦਾ ਪੱਧਰ ਨੀਵਾਂ ਹੋਣ ਦਾ ਅਸਰ ਵੀ ਨਜ਼ਰ ਆਉਂਦਾ। ਅਤੇ ਪਰ ਕਈ ਪੁਰਾਣੀਆਂ ਵੀਡੀਓ ਕੱਢ ਵੀ ਪਾਈ ਜਾਂਦੇ ਨੇ ਕਿ ਭਾਈ ਇਹ ਵੀ ਜਦੋਂ ਕਿਸੇ ਲਈ ਇਹੋ ਜਿਹਾ ਸ਼ਬਦ ਵਰਤਦੇ ਸੀ, ਇਹਨਾਂ ਦੇ ਲੀਡਰ ਵਰਤਦੇ ਸੀ, ਵਿਆਹ ਕਰਨਾ ਹੈ, ਰਿਸ਼ਤਾ ਕਰਨਾ ਹੈ ਜੀ, ਇਹ ਫਲਾਣਾ ਜੀ, ਉਸ ਕਿੰਨਾ ਕੁਛ। ਸੋ ਇਸ ਲਈ ਦੋਏ ਚੀਜ਼ਾਂ ਅੱਜ ਤਾਂ ਹੀ ਮੈਂ ਕਿਹਾ ਕਿ ਜਿੱਥੇ ਮਿੱਠਾ ਹੈ ਭਾਈ ਉੱਥੇ ਨਮਕੀਨ ਵੀ ਨਾਲ ਆ, ਜਿੱਥੇ ਵਧਾਈਆਂ ਦਾ ਤਾਂਤਾ ਹੈ ਉੱਥੇ ਤੰਜ ਕਸਣ ਦਾ, ਕਮੈਂਟ ਕਰਨ ਦਾ, ਚੁੰਡੀਆਂ ਵੱਢਣ ਦਾ ਉਹ ਵੀ ਨਾਲ ਹੈ। ਪਰ ਮਰਿਆਦਾ ਹਰ ਚੀਜ਼ ਦੀ ਹੋਣੀ ਚਾਹੀਦੀ ਹੈ। ਹਾਂ, ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਹੋਰਾਂ ਦਾ ਅੱਜ ਰਿਸ਼ਤਾ ਜੁੜਿਆ, ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਲਾਵਾਂ ਲਈਆਂ। ਸੋ ਆਨੰਦ ਕਾਰਜ ਦੀ ਰਸਮ ਸਿਰੇ ਚੜ੍ਹੀ। ਕਹਿੰਦੇ ਕਿ ਅਰਵਿੰਦ ਕੇਜਰੀਵਾਲ ਹੋਰਾਂ ਨੇ ਪਿਤਾ ਵਾਲੀਆਂ ਰਸਮਾਂ ਨਿਭਾਈਆਂ, ਅਤੇ ਰਾਘਵ ਚੱਡਾ ਹੋਰਾਂ ਨੇ ਭਰਾ ਵਾਲੀਆਂ ਰਸਮਾਂ ਅਦਾ ਕੀਤੀਆਂ। ਮਾਤਾ, ਭੈਣ, ਜਵਾਈ ਅਤੇ ਕੁਝ ਹੋਰ ਖਾਸ ਨੇੜਲੇ ਬੰਦੇ ਉੱਥੇ ਮੌਕੇ 'ਤੇ ਹਾਜ਼ਰ ਸੀਗੇ। ਸੋ ਬਹੁਤ ਸੰਖੇਪ 'ਚ ਪ੍ਰੋਗਰਾਮ ਹੋਇਆ, ਪਰ ਪੂਰੀ ਮਤਲਬ ਕਿ ਚਾਅ ਵੀ ਸੀ, ਖੁਸ਼ੀ ਵੀ ਸੀ, ਅਤੇ ਉਹਦੇ ਵਿੱਚ ਆਹ ਰਾਜਨੀਤਿਕ ਖੇਡ ਵੀ ਨਾਲੋਂ ਨਾਲ ਜਾਰੀ ਹੈ। ਸੋ ਵਿਆਹ ਸੰਪੰਨ ਹੋਇਆ ਅਤੇ ਜੋੜੀ ਨੂੰ ਵਧਾਈਆਂ। ਡਾਕਟਰ ਗੁਰਪ੍ਰੀਤ ਕੌਰ ਨੱਤ ਅਤੇ ਭਗਵੰਤ ਸਿੰਘ ਮਾਨ ਅਤੇ ਦੋਏ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈ। ਹਾਂ ਸੱਚ, ਡਾਕਟਰ ਗੁਰਪ੍ਰੀਤ ਕੌਰ ਅੰਬਾਲਾ ਸ਼ਹਿਰ ਦੀ ਰਹਿਣ ਵਾਲੀ ਇੱਕ ਪੰਜਾਬੀ ਖਿੱਤੇ ਦੀ ਨਾਮਵਰ ਸ਼ਾਇਰਾ ਡਾਕਟਰ ਗੁਰਪ੍ਰੀਤ ਕੌਰ ਅੰਬਾਲੇ ਨਾਲ ਸੰਬੰਧ ਰੱਖਦੀ ਆ। ਪੰਜਾਬੀ 'ਚ ਚੰਗੀ ਨਜ਼ਮ, ਗਜ਼ਲ, ਕਵਿਤਾ ਲਿਖਦੀ ਆ, ਗਾਉਂਦੀ ਆ। ਰਾਸ਼ਟਰੀ ਪੱਧਰ ਦੇ ਉੱਤੇ, ਸਟੇਟ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਸਮਾਗਮ ਹੋਣ, ਹਰਿਆਣਾ 'ਚ ਸਮਾਗਮ ਹੋਣ, ਦਿੱਲੀ 'ਚ ਹੋਣ, ਜਿੱਥੇ ਪੰਜਾਬੀ ਕਵੀ ਦਿਵਸ ਲੱਗਦਾ ਉਹਦੇ ਵਿੱਚੋਂ ਨਜ਼ਰ ਆਉਂਦੀ ਆ ਔਰ ਮੁਰਲੀ ਕਤਾਰ 'ਚ ਦਿਖਦੀ ਆ। ਸੋ ਪਹਿਰਾਵੇ ਪੱਖੋਂ ਵੀ, ਸੋਚ ਪੱਖੋਂ ਵੀ, ਸੀਰਤ ਔਰ ਸੂਰਤ ਪੱਖੋਂ ਵੀ ਸੋ ਸੋਹਣਾ ਸੁਹੱਪਣਾ। ਸੋ ਉਹ ਡਾਕਟਰ ਗੁਰਪ੍ਰੀਤ ਕੌਰ ਜਿਹੜੀ ਪੰਜਾਬੀ ਸ਼ਾਇਰਾ ਏ, ਪੰਜਾਬੀ ਕਵਿੱਤਰੀ ਹੈ, ਨਾਲ ਅਧਿਆਪਨ ਦੇ ਖੇਤਰ ਦੇ ਵਿੱਚ ਹੈ, ਨਾਲ ਸੋਸ਼ਲ ਮੀਡੀਆ 'ਤੇ ਵੀ ਖਾਸੀ ਸਰਗਰਮ ਰਹਿੰਦੀ ਹੈ। ਕੱਲ੍ਹ ਦੇ ਉਸ ਦੀ ਉਹ ਭਾਲ ਹੋਈ ਗਈ ਜਿੱਦਾਂ ਹੀ ਪਤਾ ਲੱਗਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਹਰਿਆਣਾ ਦੀ ਅੰਬਾਲੇ ਦੇ ਨੇੜੇ ਤੇੜੇ ਪਿਹੋਵਾ ਖੇਤਰ ਹੈ ਜੀ, ਉੱਥੋਂ ਉਹਨੇ ਮੈਡੀਕਲ ਅੰਬਾਲੇ ਦੇ ਕੋਲੋਂ ਮੈਡੀਕਲ ਡਿਗਰੀ ਕੀਤੀ ਹੈ ਜੀ। ਅਤੇ ਬੰਦੇ ਜਦੇ ਡਾਕਟਰ ਗੁਰਪ੍ਰੀਤ ਕੌਰ ਸਰਚ ਮਾਰਨ ਲੱਗ ਗਏ। ਜਦੋਂ ਡਾਕਟਰ ਗੁਰਪ੍ਰੀਤ ਕੌਰ ਸਰਚ ਮਾਰਿਆ ਕਰਨ ਤਾਂ ਉਹ ਸੋਸ਼ਲ ਮੀਡੀਆ 'ਤੇ ਜਿਹੜੀ ਪੰਜਾਬੀ ਕਵਿੱਤਰੀ ਹੈ ਉਹ ਐਕਟਿਵ ਰਹਿੰਦੀ ਹੈ ਅਤੇ ਉਹ ਸਾਹਮਣੇ ਆ ਜਾ ਕਰੇ। ਤਾਂ ਲੋਕਾਂ ਨੂੰ ਲੱਗੇ ਸ਼ਾਇਦ ਇਹੀ ਨਾ ਹੋਵੇ। ਉਸ ਨੂੰ ਜੀ ਫੇਸਬੁੱਕ 'ਤੇ ਫਰੈਂਡ ਰਿਕੁਐਸਟਾਂ, ਇੰਸਟਾਗ੍ਰਾਮ ਦੇ ਉੱਤੇ ਫੋਲੋਅਰ, ਅਤੇ ਕੱਲ੍ਹ ਦੁਪਹਿਰ ਤੋਂ ਲੈ ਕੇ ਅੱਜ ਸਵੇਰ ਤੱਕ ਮਤਲਬ ਕਿ ਐਂ ਚੱਲ ਰਿਹਾ ਸੀ ਕਿ ਜਿਵੇਂ ਮਤਲਬ ਕਿ ਲੋਕਾਂ ਨੇ ਕੁਛ ਨਵਾਂ ਖਜ਼ਾਨਾ ਲੱਭ ਲਿਆ ਹੋਵੇ। ਸੋ ਉਹ ਕਹਿੰਦੀ ਮੇਰਾ ਤਾਂ ਸਿਰ ਵੀ ਦੁਖਣ ਲੱਗ ਗਿਆ, ਅਤੇ ਇੱਧਰ ਕਹਿੰਦੀ ਫੋਨ ਵੀ ਕਈ ਆਉਂਦੇ ਨੇ, ਮੈਂ ਫੋਨ ਵੀ ਅਟੈਂਡ ਨਹੀਂ ਕਰ ਸਕਦੀ, ਅਨਨੋਨ ਨੰਬਰਾਂ ਤੋਂ ਵੀ ਫੋਨ ਆਈ ਜਾਂਦੇ ਨੇ। ਪਰ ਫਰੈਂਡ ਰਿਕੁਐਸਟਾਂ ਦਾ ਕਹਿੰਦੇ ਕਿ ਪਤਾ ਹੀ ਨਹੀਂ ਕਿੱਥੋਂ ਆ ਰਹੀਆਂ, ਅਤੇ ਫੋਲੋਅਰ ਆਪਣੇ ਆਪ ਐਂ ਵੱਧ ਰਹੇ ਨੇ, ਮਤਲਬ ਪੁੱਛੋ ਨਾ। ਸੋ ਇਸ ਲਈ ਸਾਡੀ ਜਨਤਾ ਕਿੱਧਰ ਨੂੰ ਜਾਂਦੀ ਹੈ ਸਮਝ ਨਹੀਂ ਆਉਂਦੀ ਕਿ ਕੀ ਕਹਾਲ ਲੱਗੀ ਹੈ ਕਿ ਹਾਂ ਅਸੀਂ ਇਹਦੇ ਰਾਹੀਂ ਕਿ ਸ਼ਾਇਦ ਅਸੀਂ ਮੁੱਖ ਮੰਤਰੀ ਨਾਲ ਨਾਤਾ ਜੁੜੂਗਾ, ਇਸ ਲਈ ਡਾਕਟਰ ਗੁਰਪ੍ਰੀਤ ਕੌਰ ਨੂੰ ਲੱਭ ਲਓ। ਚਲੋ ਗੱਲ ਵਿਆਹ ਦੀ ਚੱਲੀ ਤਾਂ ਭਾਈ ਕਤਾਰ ਹੋਰ ਵੀ ਲੰਬੀ ਹੈ। ਬੇਸ਼ੱਕ ਇਹ ਪਹਿਲਾ ਮੌਕਾ ਨਹੀਂ ਹੈ। ਜੇਕਰ ਆਪਾਂ ਪੰਜਾਬ ਦੀ ਉਹ ਗੱਲ ਕਰੀਏ, ਪਿਛਲੀ ਵਾਰ
ਪ੍ਰੋਫੈਸਰ ਬਲਜਿੰਦਰ ਕੌਰ ਹੋਰੀ MLA ਸੀ, MLA ਹੁੰਦਿਆਂ ਵਿਆਹ ਹੋਇਆ। ਰੂਬੀ MLA ਸੀ, MLA ਹੁੰਦਿਆਂ ਵਿਆਹ ਹੋਇਆ। ਅੰਗਦ ਸਿੰਘ ਹੋਰੀ MLA ਸੀ, MLA ਹੁੰਦਿਆਂ। 2 ਆਮ ਆਦਮੀ ਪਾਰਟੀ ਦੀਆਂ ਵਿਧਾਇਕ ਬੀਬੀਆਂ, ਉਹਨਾਂ ਦਾ MLA ਹੁੰਦਿਆਂ ਵਿਆਹ ਹੋਇਆ। ਕਾਂਗਰਸ ਦਾ ਇੱਕ MLA, ਉਹਦਾ MLA ਹੁੰਦਿਆਂ MLA ਨਾਲ ਹੀ ਵਿਆਹ ਹੋਇਆ। ਸੋ ਪਹਿਲਾਂ ਵੀ ਹੁੰਦਾ ਰਿਹਾ, ਪਰ ਇਸ ਵਾਰ ਮੁੱਖ ਮੰਤਰੀ ਸਾਹਿਬ ਦਾ ਵਿਆਹ ਇਸ ਲਈ ਖੂਬ ਚਰਚਾ। ਔਰ ਉਹ ਵੀ ਮੁੱਖ ਮੰਤਰੀ ਸਾਹਿਬ ਦਾ ਵਿਆਹ ਦੂਜਾ, ਕਿਉਂਕਿ 2015 'ਚ ਪਹਿਲੀ ਪਤਨੀ ਨਾਲ ਤਲਾਕ ਹੋ ਗਿਆ ਸੀ, ਇਸ ਲਈ ਇਹ 2019 'ਚੋਂ ਪਰਿਵਾਰ ਨਾਲ ਸੰਪਰਕ ਸੀ ਅਤੇ ਹੁਣ ਵਿਆਹ ਸੰਪੰਨ ਹੋਇਆ। ਸੋ ਇਸ ਲਈ ਚਰਚਾ। ਪਰ ਹਲੇ ਵੀ ਜੇਕਰ ਇਸ ਹਵਾਲੇ ਨਾਲ ਇਹ ਦੇਖਣਾ ਹੋਵੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਕੈਬਨਿਟ ਦੇ ਵਿੱਚ 3 ਮੰਤਰੀ ਨੇ ਭਾਈ ਜਿਹੜੇ ਕਿਸੇ ਵੀ ਸਮੇਂ ਵਿਆਹੇ ਜਾ ਸਕਦੇ ਨੇ। ਸੋ ਬਤੌਰ ਮੰਤਰੀ ਹੋ ਸਕਦਾ ਉਹਨਾਂ ਦੀ ਵੀ ਜਨ ਚੜ੍ਹੇ। ਸੋ ਇਹ ਵੀ ਇੱਕ ਨਵੇਂ ਮਤਲਬ ਯਾਦਗਾਰੀ ਪਲ ਹੁੰਦੇ ਨੇ। ਸੋ ਹੁਣ ਭਗਵੰਤ ਮਾਨ ਹੋਰਾਂ ਜਦੋਂ ਜ਼ਿਕਰ ਆਏਗਾ ਤਾਂ ਇਹ ਵੀ ਵੱਡਾ ਜ਼ਿਕਰ ਹੋਇਆ ਕਿ ਭਾਰਤ ਦੇ ਵਿੱਚ ਪੰਜਾਬ ਸੂਬੇ ਦੇ ਮੁੱਖ ਮੰਤਰੀ ਦਾ ਵਿਆਹ ਹੋਇਆ ਸੀ 2022 'ਚ। ਸੋ ਇਸ ਲਈ ਮੁੱਖ ਮੰਤਰੀ ਹੁੰਦਿਆਂ ਵਿਆਹ। ਉਸੇ ਤਰ੍ਹਾਂ ਹੁਣ 3 ਮੰਤਰੀ ਨੇ, ਇਹਨਾਂ ਵਿੱਚੋਂ ਅਨੰਦਪੁਰ ਸਾਹਿਬ ਤੋਂ ਹਰਜੋਤ ਬੈਂਸ ਨੇ, ਬਰਨਾਲਾ ਤੋਂ ਮੀਤ ਹੇਅਰ ਨੇ, ਖਰੜ ਤੋਂ ਅਨਮੋਲ ਗਗਨ ਮਾਨ ਨੇ। ਤਿੰਨੋਂ ਕੈਬਨਿਟ ਦੇ ਵਿੱਚ ਨੇ ਔਰ ਤਿੰਨੋਂ 42 ਉਮਰ 'ਚ ਨੇ। 31 ਸਾਲ ਮੇਰਾ ਖਿਆਲ ਅਨਮੋਲ ਗਗਨ ਮਾਨ ਹੋਰਾਂ ਦੀ ਉਮਰ ਹੈ। ਹਰਜੋਤ ਬੈਂਸ ਇਹ ਤੋਂ ਥੋੜ੍ਹੇ ਜਿਹੇ ਵੱਡੇ ਨੇ ਹੋ ਸਕਦਾ, ਅਤੇ ਇਸੇ ਤਰ੍ਹਾਂ ਮੀਤ ਹੇਅਰ ਵੀ ਵਿਆਹੁਣ ਦੇ ਕਾਬਲ ਨੇ। ਸੋ ਇਸ ਲਈ ਇਹ 3 ਮੀਤ ਹੇਅਰ ਕੋਲ ਪਹਿਲਾਂ ਸਿੱਖਿਆ ਸੀ, ਅੱਜ ਕੱਲ੍ਹ ਹੁਣ ਹੋਰ ਵਿਭਾਗ ਉਹਨਾਂ ਨੂੰ ਮਿਲ ਗਏ ਨੇ। ਸੋ ਅਨਮੋਲ ਗਗਨ ਮਾਨ ਨੂੰ ਸੱਭਿਆਚਾਰਕ ਵਿਭਾਗ ਮਿਲਿਆ, ਹਰਜੋਤ ਬੈਂਸ ਹੋਰਾਂ ਦਾ ਹੋਰ ਕੱਦ ਉੱਚਾ ਹੋਇਆ ਹੈ। ਸੋ ਇਸ ਲਈ ਆਹ 3, ਇਸੇ ਤਰ੍ਹਾਂ MLA ਬੀਬੀ ਨਰਿੰਦਰ ਕੌਰ ਹੋਰੀ, ਉਹ ਵੀ ਮਤਲਬ ਕਿ ਇਸ ਕਤਾਰ 'ਚ ਨੇ ਕਿ ਉਹਨਾਂ ਦਾ ਵੀ ਵਿਆਹ ਹੋਣਾ। ਸੋ ਇਸ ਲਈ ਕੈਬਨਿਟ ਦੇ ਮੰਤਰੀਆਂ ਦਾ ਹੁਣ ਮੁੱਖ ਮੰਤਰੀ ਸਾਹਿਬ, ਕੱਲ੍ਹ ਉਹ ਮੀਤ ਹੇਅਰ ਕਿਸੇ ਮੀਡੀਆ ਵਾਲਿਆਂ ਨੇ ਸਵਾਲ ਵੀ ਤਾਂ ਪੁੱਛਿਆ ਹੋਣਾ ਕੁਛ, ਤਾਂ ਉਹ ਵੀ ਹੱਸ ਕੇ ਕਹਿ ਰਹੇ ਸੀ, ਕਹਿੰਦੇ ਅਸੀਂ ਕਹਾਂਗੇ ਮੁੱਖ ਮੰਤਰੀ ਸਾਹਿਬ ਸਾਡੇ ਸਿਰ 'ਤੇ ਵੀ ਹੱਥ ਫੇਰ ਦਿਓ, ਸਾਡਾ ਵੀ ਵਿਆਹ ਹੋ ਜਾਵੇ। ਸੋ ਇਸ ਲਈ ਹੁਣ ਮੀਤ ਹੇਅਰ ਅਤੇ ਹਰਜੋਤ ਬੈਂਸ, ਇਹਨਾਂ ਦੀ ਜਨ ਚੜ੍ਹਦੀ ਵੀ ਦੇਖੀ ਜਾ ਸਕਦੀ ਹੈ ਬਤੌਰ ਮੰਤਰੀ। ਇਸੇ ਤਰ੍ਹਾਂ ਬਤੌਰ ਮੰਤਰੀ ਅਨਮੋਲ ਗਗਨ ਮਾਨ ਵਿਆਹ ਬੰਧਨ 'ਚ ਵੱਧ ਸਕਦੇ ਨੇ। ਬਤੌਰ MLA ਬੀਬੀ ਨਰਿੰਦਰ ਕੌਰ ਹੋਰੀ, ਮਹਾਰਾਜ ਹੋਰੀ, ਉਹਨਾਂ ਦਾ ਵਿਆਹ। ਸੋ ਇਸ ਲਈ ਇਹ ਚੱਲਦਾ ਰਹਿਣਾ ਜੀ, ਇਹ ਵੀ ਖਬਰਾਂ। ਹਾਂ, ਜਿੱਥੋਂ ਤੱਕ ਵਿਭਾਗਾਂ ਨੂੰ ਲੈ ਕੇ ਚਰਚਾ ਹੋਈ ਕਿ ਜੀ ਦੇਖੋ ਜੀ 3 ਮਹੀਨਿਆਂ 'ਚ ਸਿੱਖਿਆ ਮੰਤਰੀ ਬਦਲਤਾ, ਇਹੋ ਜਿਹਾ ਕੀ ਹੋ ਗਿਆ। ਉਹ ਬੇਸ਼ੱਕ ਕੁਝ ਕਹਿੰਦੇ ਨੇ ਜੀ ਕਿ ਮੀਤ ਹੇਅਰ ਇੰਨੇ ਖੁਸ਼ ਨਹੀਂ ਸੀ ਕਿ ਜੀ ਸਿੱਖਿਆ ਮੰਤਰਾਲੇ ਤੋਂ। ਕੁਝ ਕਹਿੰਦੇ ਕਿ ਮੀਤ ਹੇਅਰ ਜਿੰਨੀ ਤਨਦੇਹੀ ਨਾਲ ਕੰਮ ਕਰ ਰਹੇ ਸੀ ਨਹੀਂ ਬਦਲਣਾ ਚਾਹੀਦਾ ਸੀ। ਦਿੱਲੀ ਦੇ ਸਕੂਲ ਦੇਖ ਕੇ ਆਏ, ਮਨੀਸ਼ ਸਿਸੋਦੀਆ ਨਾਲ ਲਗਾਤਾਰ ਸੰਪਰਕ ਰੱਖਦੇ ਸੀ, ਪੰਜਾਬ ਦੇ ਸਕੂਲਾਂ ਨੂੰ ਬਣਾਉਣਾ ਚਾਹੁੰਦੇ, ਨਹੀਂ ਲੈਣਾ ਚਾਹੀਦਾ। 2 ਤਰ੍ਹਾਂ ਦੀ ਗੱਲਾਂ। ਕੁਝ ਕਹਿੰਦੇ ਜੀ ਸਿਰਫ ਇਸ ਲਈ ਕਿ ਬਰਨਾਲਾ ਫਿਰ ਭਗਵੰਤ ਮਾਨ ਹੋਰਾਂ ਦਾ ਇਲਾਕਾ, ਹਲਕਾ ਵੀ ਅਤੇ ਘਰ ਵੀ, ਪਿੰਡ ਵੀ ਉਹ ਨੇੜੇ ਤੇੜੇ ਪੈਂਦੇ ਨੇ। ਧੂਰੀ ਹਲਕਾ ਵੀ ਉੱਧਰ ਆ, ਜੱਦੀ ਘਰ ਸੰਗਰੂਰ ਵੀ ਉਹਦੇ ਨੇੜੇ ਤੇੜੇ। ਸੋ ਇਸ ਲਈ ਕਹਿੰਦੇ ਬਰਨਾਲੇ ਧਰਨੇ ਲੱਗਣ ਲੱਗ ਗਏ ਸੀ ਮਾਸਟਰਾਂ ਦੇ, ਯੂਨੀਅਨਾਂ ਦੇ, ਬੇਰੁਜ਼ਗਾਰਾਂ ਦੇ। ਸੋ ਇਸ ਲਈ ਕਹਿੰਦੇ ਕਿ ਉਹ ਧਰਨੇ ਮੁੱਖ ਮੰਤਰੀ ਦੇ ਘਰ ਤੱਕ ਵੀ ਚਲੇ ਜਾਂਦੇ ਸੀ, ਮੁੱਖ ਮੰਤਰੀ ਦੇ ਹਲਕੇ 'ਚ ਵੀ ਰੌਲਾ ਪੈ ਜਾਂਦਾ ਸੀ। ਇਸ ਲਈ ਉਹ ਧਰਨਿਆਂ ਨੂੰ ਮੁੱਖ ਮੰਤਰੀ ਸਾਹਿਬ ਦੇ ਜੱਦੀ ਪਿੰਡੋਂ, ਮੁੱਖ ਮੰਤਰੀ ਸਾਹਿਬ ਦੇ ਹਲਕੇ ਤੋਂ, ਮੁੱਖ ਮੰਤਰੀ ਸਾਹਿਬ ਦੇ ਪਿੰਡ ਤੋਂ, ਘਰ ਤੋਂ ਦੂਰ ਕਰਨ ਦੇ ਲਈ ਕਹਿੰਦੇ ਕਿ ਹਲਕਾ ਹੀ ਬਦਲਤਾ, ਕਿ ਭਾਈ ਐਂ ਕਰੋ ਸਿੱਖਿਆ ਮੰਤਰੀ ਹੋਰ ਬਣਾ ਦਿਓ ਤਾਂ ਕਿ ਧਰਨੇ ਉੱਧਰ ਲੱਗਿਆ ਕਰਨ। ਇਹਦਾ ਤਾਂ ਹੁਣ ਧਰਨੇ ਅਨੰਦਪੁਰ ਸਾਹਿਬ ਹਲਕੇ 'ਚ ਲੱਗਿਆ ਕਰਨਗੇ। ਹਰਜੋਤ ਸਿੰਘ ਬੈਂਸ ਨੂੰ ਸਿੱਖਿਆ ਮੰਤਰੀ ਬਣਾਇਆ। ਪਰ ਜਿਹੜੀ ਆਹ ਚਰਚਾ ਚੱਲੀ ਕਿ 3 ਮਹੀਨਿਆਂ 'ਚ ਬਦਲਤਾ, ਹਾਂਜੀ ਦੇਖੋ ਇਹ ਕੋਈ ਨਵਾਂ ਨਹੀਂ ਹੋਇਆ ਭਾਈ। ਪੰਜਾਬ 'ਚ ਪਹਿਲਾਂ ਵੀ ਜੇਕਰ ਅਕਾਲੀ ਦਲ ਦੇ 2 ਕਾਰਜਕਾਰਾਂ ਦੀ ਗੱਲ ਕਰੀਏ ਤਾਂ ਦੋਨੇ ਵਾਰ ਉਹਨਾਂ ਨੇ ਸਿੱਖਿਆ ਮੰਤਰੀ ਬਦਲੇ ਨੇ। ਬੇਸ਼ੱਕ ਇੱਕ ਵਾਰ 2 ਸਾਲ ਬਾਅਦ, ਇੱਕ ਵਾਰ 3 ਸਾਲ ਬਾਅਦ। ਕਾਂਗਰਸ ਦੀ ਹਾਲ ਹੀ ਦੀ ਕਾਰਜਕਾਰ ਦੀ ਗੱਲ ਕਰੀਏ ਤਾਂ ਕਾਂਗਰਸ ਨੇ ਤਾਂ ਭਾਈ 3 ਵੀ ਮੰਤਰੀ ਬਦਲੇ ਨੇ। ਜੀ ਹਾਂ, ਪਹਿਲੀ ਵਾਰ ਜਦੋਂ 2000 ਇਹ ਹੈਗੀ ਹੈ ਜੀ ਗੱਲ 2007 ਦੇ ਵਿੱਚ, 2007 'ਚ ਅਕਾਲੀ ਦਲ ਦੀ ਸਰਕਾਰ ਆਉਂਦੀ ਆ, ਤਦ ਡਾਕਟਰ ਭੁਪਿੰਦਰਜੀਤ ਕੌਰ ਹੋਰਾਂ ਨੂੰ ਸਿੱਖਿਆ ਮੰਤਰੀ ਬਣਾਇਆ ਜਾਂਦਾ। ਉਹਨਾਂ ਤੋਂ ਲੈ ਕੇ ਸੇਵਾ ਸਿੰਘ ਸੇਖਵਾਂ ਨੂੰ ਦਿੱਤਾ ਜਾਂਦਾ। ਫਿਰ ਉਸ ਤੋਂ ਬਾਅਦ ਦੂਸਰੀ ਵਾਰ ਫਿਰ 12 'ਚ ਅਕਾਲੀ ਦਲ ਦੀ ਸਰਕਾਰ ਆ ਜਾਂਦੀ ਹੈ। ਅਕਾਲੀ ਦਲ ਦੀ ਸਰਕਾਰ ਦੇ ਸਮੇਂ ਉਸ ਸਮੇਂ ਵੀ ਮਤਲਬ ਕਿ ਸਿੱਖਿਆ ਮੰਤਰੀ 3 ਵਾਰ ਕਹਿੰਦੇ ਕਿ 2 ਵਾਰ ਬਦਲੇ ਗਏ ਨੇ। ਸੋ 3 ਸਾਲ ਬਾਅਦ ਸੇਵਾ ਸਿੰਘ ਸੇਖਵਾਂ ਨੂੰ 2007 ਦੇ ਵਿੱਚ ਜਦੋਂ ਸਰਕਾਰ ਬਣੀ ਅਕਾਲੀ ਦਲ ਦੀ ਤਾਂ ਡਾਕਟਰ ਭੁਪਿੰਦਰਜੀਤ ਕੌਰ ਹੋਰੀ ਸਿੱਖਿਆ ਮੰਤਰੀ ਸੀ। ਫਿਰ 2010 ਦੇ ਵਿੱਚ ਉਹਨਾਂ ਤੋਂ ਸਿੱਖਿਆ ਵਿਭਾਗ ਲੈ ਕੇ ਸੇਵਾ ਸਿੰਘ ਸੇਖਵਾਂ ਨੂੰ ਦਿੱਤਾ ਗਿਆ। ਫਿਰ 2012 ਵਿੱਚ ਦੁਬਾਰਾ ਸਰਕਾਰ ਬਣੀ ਤਾਂ ਸਿਕੰਦਰ ਸਿੰਘ ਮਲੂਕਾ ਹੋਰਾਂ ਨੂੰ ਸਿੱਖਿਆ ਮੰਤਰਾਲਾ ਮਿਲਿਆ। ਫਿਰ ਉਹਨਾਂ ਤੋਂ 2 ਸਾਲਾਂ ਬਾਅਦ ਇਹ ਸਿੱਖਿਆ ਮੰਤਰਾਲਾ ਲੈ ਕੇ 2014 ਦੇ ਵਿੱਚ ਡਾਕਟਰ ਦਲਜੀਤ ਚੀਮਾ ਨੂੰ ਦਿੱਤਾ ਗਿਆ। ਅਤੇ ਉਸ ਤੋਂ ਬਾਅਦ ਫਿਰ 2017 'ਚ ਕਾਂਗਰਸ ਦੀ ਸਰਕਾਰ ਆ ਗਈ।
ਤੇ ਕਾਂਗਰਸ ਦੀ ਸਰਕਾਰ ਆਉਣ ਦੇ ਉੱਤੇ ਸਿੱਖਿਆ ਵਿਭਾਗ ਬਦਲ ਦਿੱਤਾ ਗਿਆ, ਕਿਉਂਕਿ ਨਵੀਂ ਸਰਕਾਰ ਸੀ, ਨਵੇਂ ਮੰਤਰੀ ਸੀ, ਤੇ ਉਹਦੇ ਵਿੱਚ ਫਿਰ ਕਹਿੰਦੇ ਕਿ ਸਿੱਖਿਆ ਮੰਤਰਾਲਾ ਜੀ ਮਤਲਬ ਕਿ ਅਰੁਣਾ ਚੌਧਰੀ ਨੂੰ ਮਿਲ ਗਿਆ। 2017 'ਚ ਕੈਪਟਨ ਦੀ ਸਰਕਾਰ ਆਉਂਦੀ ਆ, ਬੀਬੀ ਅਰੁਣਾ ਚੌਧਰੀ ਸਿੱਖਿਆ ਮੰਤਰੀ ਬਣਦੇ ਨੇ, ਤੇ 2018 ਦੇ ਵਿੱਚ 1 ਸਾਲ ਬਾਅਦ ਉਹ ਸਿੱਖਿਆ ਵਿਭਾਗ ਉਹਨਾਂ ਤੋਂ ਲੈ ਕੇ ਓਪੀ ਸੋਨੀ ਨੂੰ ਮਿਲ ਜਾਂਦਾ। ਫਿਰ ਵਿੱਚੇ ਵਿਜੇਂਦਰ ਸਿੰਗਲਾ ਵੀ ਬਣਦੇ ਨੇ, ਫਿਰ ਅਖੀਰ 'ਚ ਆ ਕੇ ਪ੍ਰਗਟ ਸਿੰਘ ਨੂੰ ਵੀ ਸਿੱਖਿਆ ਵਿਭਾਗ ਮਿਲਦਾ। ਸੋ ਇਹ ਇਸ ਲਈ ਕੁਛ ਨਵਾਂ ਅਜਿਹਾ ਕਿਹਾ, ਤਾਂ ਹੀ ਮੈਂ ਕਿਹਾ ਕਿ ਬਾਦਲਾਂ ਦੇ ਪਹਿਲੇ ਕਾਰਜਕਾਲ 'ਚ ਵੀ 2 ਸਿੱਖਿਆ ਮੰਤਰੀ, ਬਾਦਲਾਂ ਦੇ ਦੂਜੇ ਕਾਰਜਕਾਲ 'ਚ ਵੀ ਲਗਾਤਾਰ 2 ਸਿੱਖਿਆ ਮੰਤਰੀ, ਅਤੇ ਹੁਣ ਕਾਂਗਰਸ ਦੇ ਰਾਜ 'ਚ ਵੀ 3 ਸਿੱਖਿਆ ਮੰਤਰੀ ਬਦਲਦੇ ਜਾਂਦੇ ਰਹੇ ਨੇ। ਸੋ ਇਸ ਲਈ ਇਹ ਠੀਕ ਹੈ। ਹੁਣ ਇਹਦੇ ਅਰਥ ਕੱਢੇ ਜਾਣਾ ਵੱਖਰੀ ਗੱਲ ਹੈ ਕਿ ਜੋ ਉੱਥੇ 2 ਸਾਲ ਬਾਅਦ ਬਦਲੇ ਗਏ ਸੀ, ਉੱਥੇ 3 ਸਾਲ ਬਾਅਦ ਬਦਲੇ ਗਏ ਸੀ, ਉੱਥੇ ਸਾਲ ਬਾਅਦ ਬਦਲੇ ਗਏ ਸੀ, ਉੱਥੇ 6 ਮਹੀਨੇ, ਇਹ ਤਾਂ 3 ਮਹੀਨੇ ਬਾਅਦ ਜੀ। ਸੋ ਇਸ ਲਈ ਇਹ ਵੀ ਖੂਬ ਚਰਚਾ 'ਚ ਖਬਰ। ਪਰ ਜਨਾਬ ਜਿਸ ਗੱਲ ਵੱਲ ਗੌਰ ਕਰਨਾ ਹੋਰ ਬਣਦਾ, ਉਹ ਵੀ ਖਬਰ ਬਹੁਤ ਅਹਿਮ ਹੈ। ਐਂ ਨਾ ਸਮਝਿਓ ਕਿ ਲਓ ਜੀ ਮੁੱਖ ਮੰਤਰੀ ਸਾਹਿਬ ਦਾ ਵਿਆਹ ਔਰ ਖੁਸ਼ੀ 'ਚ ਭੰਗੜੇ ਪਾਈ ਜਾਈਏ ਅਤੇ ਉੱਧਰ ਸਿਲੰਡਰ ਨੂੰ ਅੱਗ ਲੱਗੀ ਹੈ। ਬਿਲਕੁਲ ਜੀ, ਸਿਲੰਡਰ, ਗੈਸ ਸਿਲੰਡਰ ਖੂਬ ਮਹਿੰਗਾ ਹੋਇਆ, ਲਗਾਤਾਰ ਮਹਿੰਗਾਈ ਵੱਲ। ਸੋ ਇੱਧਰ ਖੁਸ਼ੀ 'ਚ ਨੱਚੀ ਜਾਓ ਅਤੇ ਉੱਧਰ ਪਤਾ ਨਹੀਂ ਲੱਗੇ ਘਰੇ ਸਿਲੰਡਰ ਨੂੰ ਅੱਗ ਲੱਗ ਗਈ। ਜਨਾਬ ਕੇਂਦਰ ਸਰਕਾਰ ਲਗਾਤਾਰ ਮਤਲਬ ਕਿ ਇੱਕ ਪਾਸੇ ਕਰੋਨਾ ਕਾਲ ਦੇ ਦੌਰ ਦੇ ਵਿੱਚ ਆ ਕੇ ਲੋਕਾਂ ਦੀਆਂ ਨੌਕਰੀਆਂ ਘਟੀਆਂ, ਲੋਕਾਂ ਦਾ ਰੁਜ਼ਗਾਰ ਘਟਿਆ। ਜੇਕਰ ਦੇਸ਼ ਦੀ ਗੱਲ ਕਰੋ ਤਾਂ ਦੇਸ਼ ਪ੍ਰਤੀ ਵਿਅਕਤੀ ਆਮਦਨ 'ਚ ਕਟੌਤੀ ਹੋਈ, ਪਰ ਸਿਲੰਡਰ ਦੀ ਕੀਮਤ ਅਸਮਾਨ ਛੂੰਹਦੀ ਗਈ, ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵੱਧਦੀਆਂ ਗਈਆਂ। ਬੇਸ਼ੱਕ ਪਿਛਲੇ 2 ਵਾਰ ਐਕਸਾਈਜ਼ ਡਿਊਟੀ ਘਟਾ ਕੇ 1 ਵਾਰ ਸੂਬਿਆਂ ਦੀ ਉਹ ਕਟੌਤੀ ਕਰਕੇ ਵੈਟ ਦੇ ਵਿੱਚ ਬੇਸ਼ੱਕ ਕੁਝ ਰਾਹਤ ਦੇਣ ਦੀ ਕੋਸ਼ਿਸ਼ ਕੀਤੀ, ਪਰ ਗੱਲ ਤਾਂ ਮਹਿੰਗਾਈ ਕਿਸ ਕਦਰ ਵਧੀ, ਆਮਦਨ ਕਿਸ ਕਦਰ ਘਟੀ ਜਾਂ ਰੁਜ਼ਗਾਰ ਨਹੀਂ ਮਿਲ ਰਿਹਾ, ਵੱਖਰਾ ਸਵਾਲ ਹੈ। ਸੋ ਇਸ ਲਈ ਉਹਨਾਂ ਚੀਜ਼ਾਂ ਨੂੰ ਜੋੜ ਕੇ ਜਦੋਂ ਦੇਖੋਗੇ ਤਾਂ ਲੱਗੂਗਾ ਕਿ ਕਿੱਡਾ ਵੱਡਾ ਖੇਡ ਜਾਰੀ ਹੈ। ਸੋ ਜਨਾਬ ਜਦੋਂ ਮੈਂ ਇਸ ਗੱਲ ਦੇ ਉੱਤੇ ਆਉਣਾ ਤਾਂ ਹੈਰਾਨੀ ਦੀ ਗੱਲ ਹੈ ਕਿ ਰਸੋਈ ਗੈਸ ਕਹਿੰਦੇ ਜੀ 50 ਰੁਪਏ ਮਹਿੰਗਾ ਹੋਇਆ, ਸਿਲੰਡਰ 50 ਰੁਪਏ ਮਹਿੰਗਾ ਹੋ, ਇਸ ਸਾਲ ਚੌਥੀ ਵਾਰ ਵਾਧਾ ਹੋਇਆ। ਇਸ ਸਾਲ ਦੇ ਅੰਦਰ ਅੰਦਰ ਹੀ ਇੱਕ ਮਤਲਬ ਕਿ ਚੌਥੀ ਵਾਰ ਵਾਧਾ ਹੋਇਆ। ਜੂਨ 2021 ਦੇ ਵਿੱਚ ਤੋਂ ਲੈ ਕੇ ਜੂਨ 2022 ਤੱਕ 244 ਰੁਪਏ ਸਿਲੰਡਰ ਮਹਿੰਗਾ ਹੋ ਗਿਆ 1 ਸਾਲ ਦੇ ਅੰਦਰ ਅੰਦਰ। ਮਤਲਬ ਜੂਨ 2021 ਪਿਛਲੇ ਸਾਲ ਜੋ ਰੇਟ ਸੀ ਉਹਦੇ ਨਾਲੋਂ ਅੱਜ ਜੂਨ 2022 ਦੇ ਵਿੱਚ 224 ਰੁਪਏ ਵਧਾ ਦਿੱਤੇ ਗਏ ਨੇ, 1053 ਰੁਪਏ ਨੂੰ ਪਹੁੰਚ ਗਿਆ ਸਿਲੰਡਰ। ਅਤੇ ਜੇਕਰ ਇਸ ਵੱਲ ਨਾਲ ਦੇਖਣਾ ਹੋਵੇ ਤਾਂ 1 ਸਾਲ 'ਚ 224 ਰੁਪਏ ਵਧਣੇ, ਇਹ ਮਤਲਬ ਕਿ 3.5 ਮਹੀਨਿਆਂ ਦੇ ਵਿੱਚ ਹੀ 17 ਰੁਪਏ ਮਤਲਬ ਕੀਮਤਾਂ ਵੱਧ ਗਈਆਂ। ਸੋ ਇੱਥੋਂ ਹਿਸਾਬ ਲਾ ਲਓ 17.7% ਕੀਮਤਾਂ ਵਧਣੀਆਂ ਪਿਛਲੇ 3 ਮਹੀਨਿਆਂ ਦੇ ਦਰਮਿਆਨ ਹੀ। 3.5 ਮਹੀਨਿਆਂ ਦੇ ਦਰਮਿਆਨ ਹੀ 17% ਤੋਂ ਵੱਧ ਕੀਮਤਾਂ 'ਚ ਇਜ਼ਾਫਾ ਹੋਇਆ। ਸੋ ਇਹ ਆਪਣੇ ਆਪ ਖੇਲ ਸਾਰੀ ਹੈ ਕਿ ਕਿੱਡਾ ਵੱਡਾ ਖੇਲ ਹੈ। ਲਓ ਜੇਕਰ ਮੈਂ ਅੰਕੜਿਆਂ ਦੇ ਹਵਾਲੇ ਨਾਲ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਹੋਵੇ ਤਾਂ ਜੀ ਮੈਂ ਦੱਸਣਾ ਚਾਹੁੰਦਾ ਕਿ ਘਰੇਲੂ ਗੈਸ ਸਿਲੰਡਰ ਕਹਿੰਦੇ 50 ਰੁਪਏ ਮਹਿੰਗਾ ਹੋਇਆ। ਹੁਣ ਇਹ ਗੈਸ ਸਿਲੰਡਰ 1053 ਰੁਪਏ ਦਾ ਮਿਲਿਆ ਕਰਨਾ। ਕਮਰਸ਼ੀਅਲ ਗੈਸ ਸਿਲੰਡਰ ਦੇ ਵਿੱਚ ਥੋੜ੍ਹੀ ਜਿਹੀ ਕਟੌਤੀ ਹੋਈ ਸੀ, ਤਦ ਲੋਕਾਂ ਨੂੰ ਲੱਗਿਆ ਕਿ ਸ਼ਾਇਦ ਘਰੇਲੂ ਗੈਸ ਸਿਲੰਡਰ ਵੀ ਸਸਤੇ ਹੋ ਜਾਣਗੇ, ਪਰ ਅਜਿਹਾ ਨਹੀਂ ਹੋਇਆ। 48 ਦਿਨਾਂ ਬਾਅਦ ਫਿਰ ਵਾਧਾ ਹੋ ਗਿਆ। ਤਾਜ਼ਾ ਅਪਡੇਟ ਦੇ ਮੁਤਾਬਕ ਨਾਨ ਸਬਸਿਡੀ ਵਾਲੇ 14.2 ਕਿਲੋਗ੍ਰਾਮ ਦਾ ਸਿਲੰਡਰ ਹੁਣ 50 ਰੁਪਏ ਹੋਰ ਜ਼ਿਆਦਾ ਮਹਿੰਗਾ ਮਿਲਿਆ ਕਰੂਗਾ। 14 ਕਿਲੋ ਦੇ ਸਿਲੰਡਰ ਦੀ ਕੀਮਤ ਹੁਣ 1003 ਰੁਪਏ ਤੋਂ ਵੱਧ ਕੇ 1053 ਰੁਪਏ ਹੋ ਗਈ ਆ। ਸੋ 1000 ਨੂੰ ਸਿਲੰਡਰ ਪਾਰ ਪਹਿਲਾਂ ਹੀ ਕਰ ਚੁੱਕਿਆ ਸੀ, ਹੁਣ ਉਹ 'ਚ 50 ਰੁਪਏ ਹੋਰ ਵਾਧਾ ਕਰਕੇ 1053 ਨੂੰ ਪਹੁੰਚ ਗਿਆ। ਇਸ ਤੋਂ ਪਹਿਲਾਂ 19 ਮਈ ਨੂੰ ਪੈਟਰੋਲੀਅਮ ਕੰਪਨੀਆਂ ਨੇ ਘਰੇਲੂ LPG ਗੈਸ ਸਿਲੰਡਰ ਦੀ ਕੀਮਤਾਂ 'ਚ 3 ਰੁਪਏ 50 ਪੈਸੇ ਵਾਧਾ ਕੀਤਾ ਸੀ। ਉੱਥੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤਾਂ 'ਚ 8 ਰੁਪਏ ਦਾ ਇਜ਼ਾਫਾ ਕੀਤਾ ਗਿਆ ਸੀ ਪਹਿਲਾਂ, ਫਿਰ ਉਹ 'ਚ ਥੋੜ੍ਹੀ ਜਿਹੀ ਕਟੌਤੀ ਵੀ ਆਈ ਸੀ। 1 ਸਾਲ ਵਿੱਚ 218 ਰੁਪਏ 50 ਪੈਸੇ ਸਿਲੰਡਰ ਮਤਲਬ ਕਿ ਮਹਿੰਗਾ ਹੋ ਚੁੱਕਿਆ। ਅਤੇ ਜੇਕਰ ਤੁਸੀਂ ਜੂਨ ਤੋਂ ਜੂਨ ਤੱਕ ਦੇ ਹਿਸਾਬ ਨਾਲ ਦੇਖੋਗੇ ਤਾਂ 244 ਰੁਪਏ ਸਿਲੰਡਰ ਹੁਣ ਤੱਕ ਮਹਿੰਗਾ ਹੋ ਚੁੱਕਿਆ। ਲਓ ਜੀ ਮੈਂ ਤੁਹਾਡੇ ਸਾਹਮਣੇ ਦੱਸ ਦਿੰਦਾ ਕਿ ਅਗਸਤ 17 2021 ਨੂੰ ਜੇਕਰ ਆਪਾਂ ਗੱਲ ਕਰੀਏ ਤਾਂ ਇਹ ਜੀ 886 ਰੁਪਏ ਦਾ ਮਤਲਬ 860 ਰੁਪਏ ਦਾ ਸਿਲੰਡਰ ਸੀਗਾ। ਫਿਰ ਸਤੰਬਰ 'ਚ 884 ਰੁਪਏ ਦਾ ਹੋ ਗਿਆ। ਫਿਰ ਇਹ ਅਕਤੂਬਰ ਦੇ ਵਿੱਚ 899 900 ਰੁਪਏ ਨੂੰ ਪਹੁੰਚ ਗਿਆ। ਇਹ 21 ਦੀਆਂ ਗੱਲਾਂ ਨੇ। ਇਹ ਮਤਲਬ ਅਗਸਤ 2021 ਨੂੰ ਇਹ ਸਿਲੰਡਰ 860 ਰੁਪਏ ਦਾ ਸੀ। 1 ਸਤੰਬਰ ਨੂੰ ਸਿਲੰਡਰ
884 ਰੁਪਏ ਦਾ ਹੋ ਗਿਆ 2021 'ਚ। 6 ਅਕਤੂਬਰ 2021 ਨੂੰ ਇਹ 900 ਰੁਪਏ ਦਾ ਹੋ ਗਿਆ। 22 ਮਾਰਚ 2022 ਨੂੰ ਇਹ 950 ਰੁਪਏ ਦਾ ਹੋ ਗਿਆ। 7 ਮਈ 2022 ਨੂੰ ਇਹ 999 ਰੁਪਏ 50 ਪੈਸੇ ਮਤਲਬ 1000 ਰੁਪਏ ਨੂੰ ਹੋ ਗਿਆ। 19 ਮਈ ਨੂੰ ਇਹ ਸਿਲੰਡਰ 1003 ਰੁਪਏ ਦਾ ਹੋ ਗਿਆ ਅਤੇ ਹੁਣ 1053 ਰੁਪਏ ਦਾ ਹੋ ਗਿਆ ਜਨਾਬ। ਸੋ ਇਹ ਖੇਡ ਲਗਾਤਾਰ ਜਾਰੀ ਆ। ਮਤਲਬ ਕਿ ਬੇਸ਼ੱਕ ਕਮਰਸ਼ੀਅਲ ਸਿਲੰਡਰ 'ਚ ਕੀਮਤਾਂ 1 ਜੁਲਾਈ ਨੂੰ ਕਟੌਤੀ ਕੀਤੀਆਂ ਗਈਆਂ ਸੀ। ਇਸ ਤੋਂ ਪਹਿਲਾਂ 19 ਕਿਲੋ ਦਾ ਜਿਹੜਾ ਕਮਰਸ਼ੀਅਲ ਸਿਲੰਡਰ ਹੈ ਉਹ 2219 ਰੁਪਏ ਦਾ ਹੋ ਗਿਆ ਸੀ, ਉਹਨੂੰ ਘਟਾ ਕੇ 2021 ਦਾ ਕੀਤਾ। ਲੋਕਾਂ ਨੂੰ ਲੱਗਿਆ ਕਿ ਜੋ ਸਿਲੰਡਰ 'ਚ ਰਾਹਤ ਆਈ ਸ਼ਾਇਦ ਘਰੇਲੂ ਸਿਲੰਡਰ ਵੀ ਥੋੜ੍ਹਾ ਸਸਤਾ ਹੋ ਜਾਵੇ, ਪਰ ਅਜਿਹਾ ਨਹੀਂ ਹੋਇਆ। ਸੋ ਜੇਕਰ ਇਸੇ ਹਿਸਾਬ ਨਾਲ ਦੇਖਣਾ ਹੋਵੇ ਤਾਂ ਪਿਛਲੇ 5 ਸਾਲਾਂ ਦੇ ਵਿੱਚ ਪ੍ਰਤੀ ਵਿਅਕਤੀ ਆਮਦਨ ਘਟੀ, ਪੈਟਰੋਲ ਡੀਜ਼ਲ ਗੈਸ ਦੀਆਂ ਕੀਮਤਾਂ ਲਗਭਗ ਦੁੱਗਣੀਆਂ ਹੋਈਆਂ। ਜੀ ਹਾਂ, ਮਹਿੰਗਾਈ ਵਧੀ, ਕਮਾਈ ਘਟੀ। ਪਿਛਲੇ 5 ਸਾਲਾਂ ਦੇ ਵਿੱਚ ਸਿਲੰਡਰ ਦੀ ਕੀਮਤ ਦੁੱਗਣੀ ਹੋਈ ਆ। ਸੋ ਜਿਹੜੇ ਕਹਿੰਦੇ ਸੀ ਸਵਦੇਸ਼ੀ ਦਾ ਨਾਅਰਾ, ਰੁਜ਼ਗਾਰ ਦਾ ਨਾਅਰਾ, 2-2 ਕਰੋੜ ਰੁਜ਼ਗਾਰ ਦਿਆਂਗੇ, ਠੀਕ ਹੈ ਨਾ, ਨੋਟਬੰਦੀ ਨਾਲ ਕਾਲਾ ਧਨ ਖਤਮ ਹੋ ਜੂ, ਅੱਤਵਾਦ ਖਤਮ ਹੋ ਜੂ, ਲਓ ਜੀ ਲੋਕਾਂ ਨੂੰ ਮਹਿੰਗਾਈ, ਫਿਰ ਵਿਦੇਸ਼ਾਂ ਤੋਂ ਪੈਸੇ ਆ ਜਾਣਾ, ਕਾਲਾ ਧਨ ਵਾਪਸ ਆ ਜਾਣਾ। ਸੋ ਬੜੇ ਵੱਡੇ ਲਾਰੇ ਵਾਅਦੇ ਦਿਖਾਏ, ਪਰ ਨਰਿੰਦਰ ਮੋਦੀ ਹੋਰਾਂ ਦੇ ਪਿਛਲੇ 5 ਸਾਲਾਂ ਦੇ ਕਾਰਜਕਾਲ ਦੇ ਦਰਮਿਆਨ ਗੈਸ ਸਿਲੰਡਰ ਦੁੱਗਣਾ ਹੋਇਆ। ਸੋ ਜਿਹੜੇ ਕਦੇ ਪਹਿਲਾਂ ਸਿਲੰਡਰ ਲੈ ਕੇ ਨੱਚਦੇ ਹੁੰਦੇ ਸੀ, ਪ੍ਰਦਰਸ਼ਨ ਕਰਦੇ ਹੁੰਦੇ ਸੀ, ਹੁਣ ਆਪਣੀ ਜਦੋਂ ਵਾਰੀ ਆਈ ਤਦ ਕੋਈ ਸਵਾਲ ਨਹੀਂ। ਸੋ ਲਓ ਅੰਕੜੇ ਗਵਾ ਰਹੇ ਨੇ ਜੀ, ਅਸੀਂ ਕੁਛ ਨਹੀਂ ਕਹਿੰਦੇ। ਬੀਤੇ 5 ਸਾਲਾਂ ਵਿੱਚ ਦੁੱਗਣੀ ਹੋਈ ਗੈਸ ਸਿਲੰਡਰ ਦੀ ਕੀਮਤ, ਪਰ ਕਮਾਈ 20% ਘਟੀ। ਪਿਛਲੇ 5 ਸਾਲਾਂ 'ਚ ਦੇਸ਼ ਦੇ ਵਿੱਚ ਪ੍ਰਤੀ ਵਿਅਕਤੀ ਆਮਦਨ 20% ਘਟੀ ਅਤੇ ਸਿਲੰਡਰ ਦੁੱਗਣਾ ਹੋ ਗਿਆ, 2 ਗੁਣਾ ਵੱਧ ਗਿਆ। ਇਸ ਮਹੀਨੇ 6 ਜੁਲਾਈ ਨੂੰ ਘਰੇਲੂ ਗੈਸ ਸਿਲੰਡਰ ਦੀ ਕੀਮਤ 'ਚ 50 ਰੁਪਏ ਦਾ ਇਜ਼ਾਫਾ ਕੀਤਾ ਗਿਆ। ਇਸ ਵਾਧੇ ਦੇ ਨਾਲ ਹੀ ਰਾਜਧਾਨੀ ਦਿੱਲੀ ਸਣੇ ਦੇਸ਼ ਭਰ ਦੇ ਵਿੱਚ ਇਹਦੀ ਕੀਮਤ 1053 ਰੁਪਏ, ਵੱਖ-ਵੱਖ ਥਾਵਾਂ 'ਚ ਥੋੜ੍ਹੀ ਵੱਧ ਘੱਟ ਹੁੰਦੀ ਹੈ। ਬੀਤੇ 5 ਸਾਲਾਂ 'ਚ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਦੁੱਗਣਾ ਵਾਧਾ ਹੋਇਆ ਅਤੇ ਦੂਜੇ ਪਾਸੇ ਆਮ ਆਦਮੀ ਦੀ ਕਮਾਈ 'ਚ ਗਿਰਾਵਟ ਆਈ ਹੈ। ਪਿਛਲੇ 5 ਸਾਲਾਂ 'ਚ ਪ੍ਰਤੀ ਵਿਅਕਤੀ ਆਮਦਨ 20% ਘਟੀ ਆ। ਸਿਲੰਡਰ ਦੀ ਕੀਮਤ 6 ਜੁਲਾਈ 2022 ਨੂੰ 1053 ਰੁਪਏ ਅਤੇ 5 ਸਾਲ ਪਹਿਲਾਂ 6 ਜੁਲਾਈ 2017 ਨੂੰ 564 ਰੁਪਏ। ਸੋ ਲਗਭਗ ਦੁੱਗਣੀ ਹੋ ਗਈ। ਸੋ 564 ਵਾਲਾ ਸਿਲੰਡਰ 2017 'ਚ ਜਿਹੜਾ 564 ਦਾ ਮਿਲਦਾ ਸੀ, ਉਹ ਅੱਜ 1053 ਰੁਪਏ ਦਾ ਮਿਲ ਰਿਹਾ। 5 ਸਾਲਾਂ 'ਚ ਦੁੱਗਣੀ ਹੋ ਗਈ। ਪਰ ਪ੍ਰਤੀ ਵਿਅਕਤੀ ਆਮਦਨ 2017-18 'ਚ ਪ੍ਰਤੀ ਵਿਅਕਤੀ ਆਮਦਨ ਸਾਲਾਨਾ 1,14,958 ਰੁਪਏ ਸੀ ਅਤੇ ਅੱਜ 2021-22 ਦੇ ਵਿੱਚ ਮਾਤਰ 91,481 ਰੁਪਏ ਸਾਲਾਨਾ ਹੈ ਜਨਾਬ, ਸਾਲ ਦੀ। ਸੋ ਇੱਥੋਂ ਹਿਸਾਬ ਲਾ ਲਓ ਕਿ ਕਿੱਥੇ ਖੜ੍ਹੇ ਹਾਂ ਅਸੀਂ। ਸੋ ਮਤਲਬ ਕਿ 10,000 ਵੀ ਮਹੀਨੇ ਦੀ ਆਮਦਨ ਨਹੀਂ ਬਣਦੀ ਉਸ ਹਿਸਾਬ ਨਾਲ ਪ੍ਰਤੀ ਵਿਅਕਤੀ। ਜੇਕਰ ਤੁਸੀਂ ਦੇਖੋ ਕਿ 12 ਮਹੀਨਿਆਂ ਦੇ ਹਿਸਾਬ ਨਾਲ ਜੇਕਰ 10,000 ਵੀ ਬੰਦਾ ਕਮਾਉਂਦਾ 1,20,000 ਰੁਪਏ ਬਣਦਾ, 10,000 ਤੋਂ ਵੀ ਘੱਟ ਆ। ਅਤੇ ਆਮਦਨ ਕਿੱਥੇ ਖੜ੍ਹੀ ਹੈ ਪ੍ਰਤੀ ਵਿਅਕਤੀ ਆਮਦਨ, ਅਤੇ ਉਹ ਘਟੀ ਆ ਅਤੇ ਇੱਧਰ 20% ਉਹ 'ਚ ਫਰਕ ਪਿਆ। 2017-18 ਦੇ ਵਿੱਚ 1,14,958 ਰੁਪਏ ਪ੍ਰਤੀ ਵਿਅਕਤੀ ਆਮਦਨ ਨਿਕਲਦੀ ਹੈ। ਦੇਸ਼ ਦੀ ਕੁੱਲ ਜਨਸੰਖਿਆ 'ਤੇ ਉਹਨੂੰ ਡਿਵਾਈਡ ਕਰਕੇ ਹਿਸਾਬ ਕੱਢਿਆ ਜਾਂਦਾ ਕਿ ਐਵਰੇਜ ਇਹ ਬਣਦੀ ਆ। ਅਤੇ ਜਦੋਂ ਕਿ ਕਿੰਨੇ ਹੀ ਦੇਸ਼ ਦੀ 60% 70% ਜਨਤਾ ਇਹ ਤੋਂ ਵੀ ਥੱਲੇ ਆ, ਕਿਉਂਕਿ ਕਮਾਈ ਕਰਨ ਵਾਲੇ ਘਰਾਣੇ ਤਾਂ ਗਿਣਤੀ ਚੁਣਤੀ ਦੇ ਨੇ ਅਤੇ ਉਹਨਾਂ ਦੀ ਆਮਦਨ ਇੰਨੀ ਵੱਧ ਹੈ ਕਿ ਉਹਦੇ ਨਾਲ ਪ੍ਰਤੀ ਵਿਅਕਤੀ ਆਮਦਨ 'ਚ ਥੋੜ੍ਹਾ ਜਿਹਾ ਐਂ ਲੱਗਦਾ ਕਿ ਠੀਕ ਠਾਕ ਹੈ, ਪਰ ਹਕੀਕਤ ਇਹ ਤੋਂ ਵੀ ਕਿਤੇ ਮਾੜੀ ਆ। ਸੋ 2021-22 'ਚ ਘਟ ਕੇ ਜੀ 91,481 ਰੁਪਏ ਰਹਿ ਗਈ। ਪ੍ਰਤੀ ਵਿਅਕਤੀ ਆਮਦਨ ਇੱਕ ਦੇਸ਼ ਦੀ ਪ੍ਰਤੀ ਵਿਅਕਤੀ ਔਸਤ ਆਮਦਨ ਹੁੰਦੀ ਹੈ। ਕਿਸੇ ਵੀ ਦੇਸ਼ ਦੀ ਕੁੱਲ ਰਾਸ਼ਟਰੀ ਆਮਦਨ ਵਿੱਚ ਉੱਥੇ ਦੀ ਜਨਸੰਖਿਆ ਨੂੰ ਭਾਗ ਦੇ ਕੇ ਕੱਢਿਆ ਜਾਂਦਾ ਅਤੇ ਇਸ ਦੇ ਹਿਸਾਬ ਨਾਲ ਇਹ ਗੱਲ ਸਾਹਮਣੇ ਆ ਰਹੀ ਕਿ ਪ੍ਰਤੀ ਵਿਅਕਤੀ ਆਮਦਨ ਪਿਛਲੇ 5 ਸਾਲਾਂ 'ਚ 20% ਘਟੀ, ਜਦੋਂ ਕਿ ਗੈਸ ਸਿਲੰਡਰ ਦੁੱਗਣਾ ਹੋ ਗਿਆ। ਪੈਟਰੋਲ ਡੀਜ਼ਲ ਦੀਆਂ ਕੀਮਤਾਂ 63 ਰੁਪਏ 19 ਪੈਸੇ ਤੋਂ ਵੱਧ ਕੇ 96 ਰੁਪਏ 72 ਪੈਸੇ ਤੱਕ ਪਹੁੰਚ ਗਈਆਂ। ਅਤੇ ਜੇਕਰ ਤੁਸੀਂ ਹਿਸਾਬ ਲਾਉਣਾ ਹੋਵੇ 2017 'ਚ ਸਿਲੰਡਰ 564 ਰੁਪਏ ਦਾ ਸੀ, ਜੁਲਾਈ ਮਹੀਨੇ ਦੀ ਗੱਲ ਕਰ ਰਹੇ ਨੇ। ਜੁਲਾਈ ਮਹੀਨੇ ਦੀ 6 ਤਰੀਕ ਨੂੰ 2018 ਦੇ ਵਿੱਚ ਸਿਲੰਡਰ ਵੱਧ ਕੇ 774 ਦਾ ਹੋਇਆ। ਫਿਰ 2019 'ਚ ਥੋੜ੍ਹਾ ਘੱਟ ਕੇ 637 ਦਾ ਵੀ ਆਇਆ। ਫਿਰ 2020 'ਚ 594 ਤੱਕ ਦਾ ਵੀ ਆਇਆ, ਥੋੜ੍ਹਾ ਜਿਹਾ ਘਟਿਆ। ਫਿਰ ਉਹ ਤੋਂ ਬਾਅਦ ਫਿਰ ਨਹੀਂ ਰੁਕਿਆ। ਫਿਰ ਜੀ 2021 'ਚ 834 ਨੂੰ ਪਹੁੰਚਿਆ
ਤੇ ਫਿਰ ਹੁਣ 2022 ਨੂੰ 1053 ਨੂੰ ਪਹੁੰਚ ਗਿਆ। ਸੋ ਇੱਥੇ ਖੜੀ ਹੈ ਕਹਾਣੀ। ਲਓ, ਪ੍ਰਤੀ ਵਿਅਕਤੀ ਆਮਦਨ ਦੀ ਜੇਕਰ ਗੱਲ ਕਰੀਏ ਤਾਂ 2017-18 ਦੇ ਵਿੱਚ 1,14,958 ਰੁਪਏ ਸਾਲਾਨਾ ਆਮਦਨ ਸੀ, ਜਿਹੜੀ 2018-19 ਚ ਵੱਧ ਕੇ 1,26,406 ਹੋਈ। ਫਿਰ 19-20 ਦੇ ਵਿੱਚ ਘਟ ਕੇ 94,270 ਹੋ ਗਈ। ਫਿਰ 20-21 ਦੇ ਵਿੱਚ ਹੋਰ ਘਟ ਕੇ 85,110 ਹੋ ਗਈ। ਹੁਣ ਥੋੜ੍ਹੀ ਜਿਹੀ ਵਧੀ ਹੈ ਕਿ ਹੁਣ 91,481 ਹੈ। ਅਜੇ ਵੀ ਪਰ 2017-18 ਤੋਂ ਔਰ 2018-19 ਤੋਂ ਕਿਤੇ ਘੱਟ ਹੈ, ਜਦੋਂ ਕਿ ਵਧਣੀ ਚਾਹੀਦੀ ਹੈ। ਸੋ ਇਸ ਤੋਂ ਹਿਸਾਬ ਲਾ ਲਓ ਕਿ ਪ੍ਰਤੀ ਵਿਅਕਤੀ ਆਮਦਨ ਕਿੱਥੇ ਜਾ ਰਹੀ ਹੈ। ਇਸੇ ਤਰ੍ਹਾਂ ਮਹਿੰਗਾਈ 2017-18 ਦੇ ਵਿੱਚ 3.3% ਸੀ, 2018-19 ਚ ਵੱਧ ਕੇ 3.4% ਹੋ ਗਈ, 2019-20 ਦੇ ਵਿੱਚ 4.8% ਹੋ ਗਈ, 2020 ਚ 6.2% ਤੇ ਅੱਜ ਵੀ 5% ਤੋਂ ਪਾਰ ਆ। ਸੋ ਬੀਤੇ 5 ਸਾਲਾਂ 'ਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਵੀ ਤਕੜੀ ਅੱਗ ਲੱਗੀ ਆ। ਜੁਲਾਈ 2017 ਦੇ ਵਿੱਚ 63 ਰੁਪਏ ਤੋਂ ਵੱਧ ਲੀਟਰ ਸੀਗਾ, 2018 ਦੇ ਵਿੱਚ ਜੁਲਾਈ 'ਚ 75 ਰੁਪਏ ਤੋਂ ਉੱਪਰ ਚਲਾ ਗਿਆ, ਜੁਲਾਈ 2019 ਦੇ ਵਿੱਚ 72 ਰੁਪਏ ਨੂੰ ਆਇਆ, ਜੁਲਾਈ 2020 ਦੇ ਵਿੱਚ 80 ਰੁਪਏ ਤੋਂ ਪਾਰ ਗਿਆ, ਜੁਲਾਈ 2021 ਦੇ ਵਿੱਚ 99 ਰੁਪਏ ਤੋਂ ਪਾਰ ਗਿਆ, ਤੇ ਅੱਜ ਵੀ ਹੁਣ 96 ਰੁਪਏ 72 ਪੈਸੇ ਤੇ ਪੈਟਰੋਲ ਖੜਾ, ਉਹ ਵੀ 2 ਵਾਰ ਐਕਸਾਈਜ਼ ਘਟਾਉਣ ਤੇ 1 ਵਾਰ ਵੈਟ ਘਟਾਉਣ ਦੇ ਬਾਵਜੂਦ। ਤੇ ਇਸੇ ਤਰ੍ਹਾਂ ਬੱਚਤ ਸਕੀਮਾਂ 'ਚ ਵੀ ਮਤਲਬ ਕਿ ਵੱਡੀ ਕਟੌਤੀ ਹੋਈ ਆ। PPF ਹੈ 2017 ਦੇ ਵਿੱਚ 7.8% ਸੀ, ਅੱਜ 7% ਤੇ ਖੜੀ ਆ। ਇਸੇ ਤਰ੍ਹਾਂ ਕੁੜੀਆਂ ਦੇ ਲਈ ਇੱਕ ਸੁਕੰਨਿਆ ਯੋਜਨਾ ਸਕੀਮ ਹੈ ਜਿਹੜੀ, ਉਹਦੇ ਵਿੱਚ 8.3% ਸੀ 2017 'ਚ ਵਿਆਜ, ਅੱਜ ਘਟ ਕੇ 7.6% ਰਹਿ ਗਿਆ। ਮਤਲਬ ਕਿ ਇਸੇ ਤਰ੍ਹਾਂ ਜਿਹੜੇ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਹੈ ਉਹਦੇ ਵਿੱਚ ਵੀ 8.3% ਸੀ 2017 'ਚ, ਅੱਜ ਘਟ ਕੇ 7.4% ਰਹਿ ਗਿਆ। ਤੇ ਜੀ ਚੀਜ਼ਾਂ ਦੇ ਭਾਅ ਵਧੀ ਜਾਂਦੇ ਨੇ, ਬੰਦੇ ਦੀ ਆਮਦਨ ਘਟੀ ਜਾਂਦੀ ਆ, ਸਰਕਾਰ ਰੁਜ਼ਗਾਰ ਦੇ ਨਹੀਂ ਰਹੀ, ਔਰ ਰੁਜ਼ਗਾਰ ਦੀ ਥਾਂ ਅਗਨੀਪਥ ਵਰਗੇ ਫਾਰਮੂਲੇ ਕੱਢ ਕੇ ਨੌਜਵਾਨਾਂ ਨੂੰ ਭਟਕਾਉਣ ਦਾ, ਭਰਮਾਉਣ ਦਾ, ਤੇ ਫੌਜਾਂ ਦੇ ਉੱਤੇ ਵੀ ਮਤਲਬ ਕਿ ਇੱਕ ਤਰ੍ਹਾਂ ਨਾਲ ਨਵੇਂ ਤਰ੍ਹਾਂ ਦਾ ਫੌਜ ਨੂੰ ਵੀ ਕਮਜ਼ੋਰ ਕਰਨ ਦਾ ਇੱਕ ਅੰਦੇਸ਼ਾ ਖੜਾ ਹੋ ਗਿਆ। ਸੋ ਇਸ ਲਈ ਚੁਣੌਤੀਆਂ ਬਹੁਤ ਨੇ ਦੇਸ਼ ਮੂਹਰੇ। ਚਲੋ, ਸੋ ਇੱਕ ਪਾਸੇ ਮਹਿੰਗਾਈ ਦੀ ਮਾਰ, ਦੂਏ ਪਾਸੇ ਅੱਜ ਵਿਆਹ ਵਾਲੇ ਲੱਡੂ। ਲਓ ਸਵਾਦ, ਫਿਰ ਮਿਲਾਂਗੇ। ਤੁਸੀਂ ਵੇਖਦੇ ਰਹੋ ਵਿਜ਼ਨ ਪੰਜਾਬ TV, ਹਰ ਕਦਮ ਤੁਹਾਡੇ ਨਾਲ।